ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖਾਂ ਪਾਸੋਂ ਅਸੀਂ ਗੁਰਬਾਣੀ ਸਰਵਣ ਕਰ ਰਹੇ ਸੀ। ਮਹਾਰਾਜ ਨੇ ਗੁਰਬਾਣੀ ਵਿੱਚ ਹੀ ਸਾਨੂੰ ਸਮਝਾਇਆ ਹੋਇਆ ਕਿ ਗੁਰਬਾਣੀ ਭਗਤੀ ਦਾ ਭੰਡਾਰਾ ਹੈ, ਜਿਸ ਨੂੰ ਮਹਾਰਾਜ ਫਰਮਾਉਂਦੇ ਨੇ, ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਨਤ ਕਮਾਵਤ ਨਿਹਾਲ। ਕਿ ਭਗਤੀ ਦਾ ਭੰਡਾਰਾ ਹੈ ਗੁਰਬਾਣੀ, ਅਤੇ ਜਿਹੜਾ ਗੁਰਬਾਣੀ ਨੂੰ ਗਾਉਂਦਾ ਆ, ਸੁਣਦਾ ਆ ਅਤੇ ਉਸ ਨੂੰ ਫਿਰ ਕਮਾਉਂਦਾ ਆ, ਉਹ ਜਨ ਨਿਹਾਲ ਹੋ ਜਾਂਦਾ ਹੈ। ਉਸ ਅਵਸਥਾ 'ਤੇ ਪਹੁੰਚ ਜਾਂਦਾ ਹੈ ਜਿੱਥੇ ਜਾ ਕੇ ਉਸ ਨੂੰ ਆਨੰਦ ਮਿਲਦਾ, ਸਦੀਵੀ ਸੁੱਖ ਮਿਲਦਾ ਆ ਅਤੇ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ। ਇੱਦਾਂ ਹੀ ਗੁਰਬਾਣੀ ਦਾ ਗਿਆਨ ਸਾਨੂੰ ਸਤ ਸੰਗਤ ਵਿੱਚੋਂ ਮਿਲਦਾ। ਸਤ ਸੰਗਤ ਦੇ ਵਿੱਚ ਗੁਰਬਾਣੀ ਰਾਹੀਂ ਸਾਨੂੰ ਨਾਮ ਦਾ ਭੇਦ ਦਿੱਤਾ ਜਾਂਦਾ, ਸ਼ਬਦ ਦਾ ਭੇਦ ਦਿੱਤਾ ਜਾਂਦਾ, ਜਿਹਨੂੰ ਮਹਾਰਾਜ ਫਰਮਾਉਂਦੇ ਨੇ, ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਤ ਸੰਗਤ ਦੇ ਵਿੱਚ ਸਾਨੂੰ ਭੇਦ ਮਿਲਦਾ ਆਪਣੇ ਇਸ ਸਰੀਰ ਦਾ, ਆਪਣੇ ਇਸ ਮਨ ਦਾ ਜੋ ਇਸ ਸਰੀਰ ਦੇ ਵਿੱਚ ਆ। ਫਿਰ ਸਾਨੂੰ ਗਿਆਨ ਮਿਲਦਾ ਕਿ ਕਿਵੇਂ ਅਸੀਂ ਇਸ ਸਰੀਰ ਤੋਂ ਉੱਪਰ ਉੱਠ ਕੇ ਨਾਮ ਨਾਲ ਜੁੜ ਕੇ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ। ਮਹਾਰਾਜ ਕਹਿੰਦੇ ਆ, ਐਸੇ ਸਤਸੰਗਤ ਵਿੱਚ ਸੁੱਖ ਮਿਲਦਾ ਆ, ਅਤੇ ਜਿਹੜੇ ਜੀਵ ਸਤਸੰਗਤ ਕਰਦੇ ਨਹੀਂ ਉਹਨਾਂ ਨੂੰ ਸੁੱਖ ਪ੍ਰਾਪਤ ਕਰਨਾ ਮੁਸ਼ਕਿਲ ਹੈ। ਮਹਾਰਾਜ ਕਹਿੰਦੇ ਆ, ਬਿਨ ਸਤਸੰਗ ਸੁੱਖ ਕਿਨੇ ਨਾ ਪਾਇਆ, ਜਾਏ ਪੁੱਛੋ ਬੇਦ ਵਿਚਾਰ। ਕਿ ਬਿਨਾਂ ਸਤਸੰਗਤ ਤੋਂ ਸੁੱਖ ਕਿਸੇ ਨੇ ਪਾਇਆ ਨਹੀਂ। ਕਹਿੰਦੇ ਵੇਦਾਂ ਦਾ ਵਿਚਾਰ ਜਿਹੜੇ ਕਰਨ ਵਾਲੇ ਉਹਨਾਂ ਨੂੰ ਜਾ ਕੇ ਪੁੱਛ ਲਓ। ਮਹਾਰਾਜ ਫਰਮਾਉਂਦੇ ਨੇ ਸਾਨੂੰ ਗੁਰਬਾਣੀ ਵਿੱਚ ਕਿ ਹੋਂ ਮਨ ਤਨ ਖੋਜੀ ਭਾਲ ਭਲਾਈ, ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ। ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਕਿ ਸਤ ਸੰਗਤ ਵਿੱਚ ਆ ਕੇ ਸਾਡਾ ਜਿਹੜਾ ਮਨ, ਸਾਡਾ ਇਸ ਸਰੀਰ ਧਨ ਦਾ ਭੇਦ ਮਿਲਦਾ ਸਾਨੂੰ। ਮਹਾਰਾਜ ਨੇ ਸਾਨੂੰ ਗੁਰਬਾਣੀ 'ਚ ਫਿਰ ਸਮਝਾ ਦਿੱਤਾ ਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਕਿ ਹਰੀ ਆਪ ਹੀ ਸਤ ਸੰਗਤ ਵਿੱਚ ਵਸਦਾ ਆ। ਅਤੇ ਸਤ ਸੰਗਤ ਮਹਾਰਾਜ ਦੱਸਦੇ ਨੇ ਗੁਰਬਾਣੀ ਵਿੱਚ, ਇਹ ਬਿਨਾਂ ਚੰਗੇ ਭਾਗਾਂ ਤੋਂ ਮਿਲਦੀ ਨਹੀਂ। ਬਿਨ ਭਾਗਾਂ ਸਤਸੰਗ ਨਾ ਲੱਭੈ, ਅਤੇ ਜੇ ਨਾ ਮਿਲੇ, ਮਹਾਰਾਜ ਕਹਿੰਦੇ ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਕਿ ਸਾਡੇ ਮਨ 'ਤੇ ਮੈਲ ਜਿਹੜੀ ਆ ਉਹ ਚੜ੍ਹਦੀ ਜਾਊਗੀ ਇਸ ਤ੍ਰੈਲੋਕੀ ਦੇ ਵਿੱਚ, ਤ੍ਰੈਗੁਣਾਂ ਦੇ ਵਿੱਚ, ਜਿੱਥੇ ਸਾਡਾ ਮਨ ਆਇਆ ਹੋਇਆ। ਸੋ ਇਹ ਸਾਨੂੰ ਮਹਾਰਾਜ ਨੇ ਸਮਝਾਇਆ ਹੋਇਆ ਕਿ ਸਤਸੰਗਤ ਕਰਨੀ ਸਾਡੇ ਲਈ ਬਹੁਤ ਜ਼ਰੂਰੀ ਹੈ। ਸਤਸੰਗਤ ਸਾਨੂੰ ਕਰਨੀ ਚਾਹੀਦੀ ਹੈ, ਜਿਸ ਦੁਆਰਾ ਅਸੀਂ ਆਪਣੇ ਬੰਧਨਾਂ ਤੋਂ ਮੁਕਤ ਹੋ ਸਕਦੇ ਹਾਂ, ਜਿਸ ਦੁਆਰਾ ਸਾਨੂੰ ਨਾਮ ਦਾ ਸ਼ਬਦ ਦਾ ਭੇਦ ਮਿਲੇ, ਜੋ ਪ੍ਰਮਾਤਮਾ ਨੇ ਉਚਾਰਨ ਕੀਤਾ ਹੋਇਆ ਸ਼ਬਦ, ਜਿਸ ਦੇ ਰਾਹੀਂ ਇਹ ਸਾਰਾ ਬ੍ਰਹਿਮੰਡ ਮਹਾਰਾਜ ਨੇ ਬਣਾਇਆ, ਜਿਸ ਦੁਆਰਾ ਉਤਪਤੀ ਹੁੰਦੀ ਆ, ਪਰਲੋ ਹੁੰਦੀ ਆ। ਮਹਾਰਾਜ ਕਹਿੰਦੇ ਉਤਪਤ ਪਰਲੋ ਸਭ ਦੇ ਹੋਵੇ, ਸਭ ਦੇ ਹੀ ਫਿਰ ਉਪਤ ਹੋਵੇ। ਜੋ ਉਤਪਤੀ ਹੁੰਦੀ ਹੈ ਕ੍ਰੀਏਸ਼ਨ, ਜੋ ਬ੍ਰਹਿਮੰਡ ਬਣਾਇਆ ਹੋਇਆ, ਉਹ ਸ਼ਬਦ ਦੁਆਰਾ ਮਹਾਰਾਜ ਨੇ ਰਚਿਆ। ਅਤੇ ਜਦੋਂ ਪਰਲੋ ਆਉਂਦੀ ਹੈ, ਅੰਗਰੇਜ਼ੀ ਦੇ ਵਿੱਚ ਉਹਨੂੰ ਡਿਸਟਰਕਸ਼ਨ ਕਹਿੰਦੇ ਆ, ਕਿ ਜਦੋਂ ਖਤਮ ਕਰਦੇ ਆ ਪਰਮਾਤਮਾ ਸਾਰਾ ਕੁਛ, ਉਹ ਪਰਲੋ ਵੀ ਸ਼ਬਦ ਦੁਆਰਾ ਕਰਦੇ ਆ। ਮਹਾਰਾਜ ਮਾਲਕ ਸਾਡਾ ਪਰਮਾਤਮਾ, ਉਹ ਹਰ ਵਕਤ ਉਸ ਸ਼ਬਦ ਨੂੰ ਉਚਾਰਨ ਕਰ ਰਿਹਾ। ਮਹਾਰਾਜ ਕਹਿੰਦੇ ਆ, ਜਿਵੇਂ ਜਾਪ ਸਾਹਿਬ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਪਰਮਾਤਮਾ ਅਮੋਨੀ ਆ, ਉਹਨਾਂ ਨੇ ਮੌਨ ਨਹੀਂ ਧਾਰਨ ਕੀਤਾ, ਹਰ ਵਕਤ ਉਹ ਬੋਲ ਰਿਹਾ, ਉਹ ਸ਼ਬਦ ਨੂੰ ਉਚਾਰਨ ਕਰ ਰਿਹਾ। ਜਿਸ ਦਿਨ ਉਹਨਾਂ ਨੇ ਸ਼ਬਦ ਨੂੰ ਆਪਣੇ ਵਿੱਚ ਸਮਾ ਲਿਆ, ਅਤੇ ਇਹ ਸਾਰੇ ਜਿਹੜੇ ਖੇਡ ਆ ਇਹ ਖਤਮ ਹੋ ਜਾਂਦੇ ਆ। ਅਤੇ ਜਦੋਂ ਇਹਨੂੰ ਦੁਬਾਰਾ ਉਹਨਾਂ ਨੇ ਰਚਣਾ ਹੁੰਦਾ, ਉਹੀ ਸ਼ਬਦ ਦੁਆਰਾ ਰਚਦੇ ਆ, ਜਿਹਨੂੰ ਮਹਾਰਾਜ ਕਹਿੰਦੇ ਆ ਕਿ ਉਤਪਤ ਪਰਲੋ ਸਭ ਦੇ ਹੋਵੇ, ਸਭ ਦੇ ਹੀ ਫਿਰ ਉਪਤ ਹੋਵੇ। ਕਿ ਜਦੋਂ ਰੀਕ੍ਰੀਏਸ਼ਨ ਮਹਾਰਾਜ ਕਰਦੇ, ਦੁਬਾਰਾ ਇਸ ਰਚਨਾ ਨੂੰ ਬਣਾਉਣਾ ਹੁੰਦਾ, ਤਾਂ ਉਹ ਸ਼ਬਦ ਦੁਆਰਾ ਫਿਰ
ਇਸ ਦੀ ਰਚਨਾ ਕਰਦੇ ਬ੍ਰਹਿਮੰਡ ਦੀ। ਹੁਣ ਗੁਰਬਾਣੀ ਦੇ ਵਿੱਚ ਸਾਨੂੰ ਭੇਦ ਦੇ ਦਿੱਤਾ ਕਿ ਅਸੀਂ ਇੱਥੇ ਸੰਸਾਰ ਵਿੱਚ ਆਏ ਹਾਂ ਅਤੇ ਅਸੀਂ ਨਾਮ ਦਾ ਭੇਦ ਲੈਣਾ ਹੈ। ਨਾਮ ਉਹੀ ਸ਼ਬਦ ਦੀ ਗੱਲ ਕੀਤੀ ਹੋਈ ਹੈ ਜਿਸ ਦੁਆਰਾ ਸਾਡੇ ਆਕਾਰ ਜਿੰਨੇ ਵੀ ਆ, ਜਿਸ ਦੁਆਰਾ ਇਹ ਜਿੰਨੇ ਵੀ ਮੰਡਲ ਨੇ, ਇਹ ਸਾਰੇ ਥੰਮੇ ਹੋਏ ਆ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਕਿ ਨਾਮ ਦੁਆਰਾ ਹੀ ਸਾਰਾ ਕੁਝ ਪ੍ਰਗਟ ਹੋਇਆ ਅਤੇ ਨਾਮ ਦੇ ਆਸਰੇ 'ਤੇ ਹੀ ਇਹ ਸਾਰੇ ਪਲੈਨੇਟਰੀ ਬਾਡੀਜ਼, ਪਲੈਨਟਸ ਜਿਹੜੇ ਆ, ਮੰਡਲ ਨੇ, ਸਾਡੇ ਸਰੀਰ ਨਾਮ ਦੇ ਆਸਰੇ 'ਤੇ ਖੜ੍ਹੇ ਆ। ਅਤੇ ਹੁਣ ਨਾਮ ਜਿਹੜਾ ਆ ਉਹਦਾ ਭੇਦ ਲੈਣ ਵਾਸਤੇ ਹੀ ਅਸੀਂ ਸੰਗਤ ਕਰਦੇ ਹਾਂ। ਸਾਨੂੰ ਗੁਰਬਾਣੀ ਰਾਹੀਂ ਹੀ ਸਮਝਾਇਆ ਜਾਂਦਾ ਕਿ ਸਤ ਸੰਗਤ ਵਿੱਚ ਨਾਮ ਦਾ ਭੇਦ ਸਾਨੂੰ ਮਿਲੂਗਾ, ਕਿਵੇਂ ਪ੍ਰਮਾਤਮਾ ਨਾਲ ਮਿਲਾਪ ਕਰਨਾ, ਉਹ ਭੇਦ ਮਿਲਦਾ ਹੈ। ਹੁਣ ਮਹਾਰਾਜ ਨੇ ਸਾਨੂੰ ਸਮਝਾਇਆ ਹੋਇਆ ਗੁਰਬਾਣੀ ਵਿੱਚ, ਕਹਿੰਦੇ ਕਿ ਨਾਮੋਂ ਭੁੱਲੀ ਜੇ ਫਿਰਾਂ, ਫਿਰ ਆਵੋਂ ਜਾऊँ, ਜਾਏ ਪੁੱਛੋ ਪਦਊਆਂ, ਚੱਲੇ ਚਾਕਰ ਹੋਏ, ਰਾਜਨ ਜਾਣੇ ਆਪਣਾ, ਦਰ ਘਰ ਠਾਕ ਨਾ ਹੋਏ। ਕਿ ਜੇਕਰ ਅਸੀਂ ਉਸ ਨਾਮ ਤੋਂ ਭੁੱਲੇ ਰਹਿ ਅਤੇ ਸਾਨੂੰ ਵਾਰ-ਵਾਰ ਆਉਣਾ ਜਾਣਾ ਪਊਗਾ ਜਨਮ ਮਰਨ ਦੇ ਗੇੜ ਦੇ ਵਿੱਚ, ਕਦੇ ਕਿਸੇ ਆਕਾਰ ਵਿੱਚ ਆਵਾਂਗੇ, ਕਦੇ ਕਿਸੇ ਆਕਾਰ ਵਿੱਚ। ਤਾਂ ਮਹਾਰਾਜ ਨੇ ਸਾਨੂੰ ਕਿਹਾ ਹੋਇਆ ਕਿ ਤੁਸੀਂ ਉਹਨਾਂ ਸੇਵਕਾਂ ਨੂੰ ਪੁੱਛੋ, ਸੰਤ ਜਨਾਂ ਨੂੰ ਪੁੱਛੋ ਜੋ ਇਸ ਨਾਮ ਦਾ ਭੇਦ ਰੱਖਦੇ ਆ। ਨਾਮ ਜੋ ਹੈ ਉਹਨਾਂ ਨੇ ਉਸ ਦਾ ਭੇਦ ਦੇ ਕੇ ਸਾਨੂੰ ਸਿਖਾ ਦੇਣਾ ਕਿ ਕਿਵੇਂ ਅਸੀਂ ਘਰ ਵਿੱਚ ਬੈਠ ਸਕਦੇ ਹਾਂ, ਕਿਉਂਕਿ ਉਹ ਆਪ ਉਸ ਘਰ ਵਿੱਚ ਬੈਠਦੇ ਆ ਅਤੇ ਉਹਨਾਂ ਨੂੰ ਕੋਈ ਰੋਕ ਨਹੀਂ ਹੈ ਉਸ ਘਰ ਵਿੱਚ ਜਾਣ ਦੀ। ਜਦੋਂ ਅਸੀਂ ਸੰਤ ਜਨਾਂ ਤੋਂ ਇੱਦਾਂ ਭੇਦ ਲੈਂਦੇ ਹਾਂ, ਉਹ ਸਾਨੂੰ ਗਿਆਨ ਦਿੰਦੇ ਆ ਬ੍ਰਹਮ ਦਾ, ਜਿਹਨੂੰ ਅਕਥ ਕਹਿ ਦਿੱਤਾ ਹੈ। ਮਹਾਰਾਜ ਕਹਿੰਦੇ ਅਕਥ ਕਥੋ ਗੁਰਮਤਿ ਵਿਚਾਰ, ਕਿ ਉਹ ਅਕਥ ਦਾ ਭੇਦ ਦਿੰਦੇ ਆ ਜੋ ਗੁਰਮਤਿ ਦੀ ਵਿਚਾਰ ਹੁੰਦੀ ਹੈ, ਗੁਰਬਾਣੀ ਦੀ ਵਿਚਾਰ ਆ। ਹੁਣ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਭੇਦ ਲੈਂਦੇ, ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਜੋ ਕਰਮ ਅਸੀਂ ਕਰਦੇ ਹਾਂ ਸੰਸਾਰ ਵਿੱਚ, ਜੋ ਨਾਮ ਤੋਂ ਵਾਂਝਾ ਹੈ, ਉਹ ਸਾਰਾ ਝੂਠ ਦਾ ਕਰਮ ਹੈ। ਮਹਾਰਾਜ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ ਨੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਕਿ ਜਿਹੜੇ ਜੀਵ ਸਿਮਰਤੀਆਂ ਵੇਦ ਪੁਰਾਣਾਂ ਨੂੰ ਵੀ ਪੜ੍ਹਦੇ ਆ, ਉਹਨਾਂ ਨੂੰ ਵੀ ਇਹ ਭੇਦ ਮਿਲ ਜਾਂਦਾ ਕਿ ਨਾਮ ਤੋਂ ਬਗੈਰ ਜੋ ਵੀ ਗੱਲਾਂ ਅਸੀਂ ਕਰਦੇ ਹਾਂ ਸੰਸਾਰ ਵਿੱਚ, ਉਹ ਸਾਰਾ ਝੂਠ ਆ, ਉਹ ਗੱਲਾਂ ਹੋਛੀਆਂ ਆ। ਹੋਛੀਆਂ ਦਾ ਮਤਲਬ ਹੁੰਦਾ ਥੋਥੀਆਂ ਗੱਲਾਂ, ਫਜ਼ੂਲ ਗੱਲਾਂ। ਹੁਣ ਇਹ ਭੇਦ ਮਹਾਰਾਜ ਇੱਥੇ ਦੱਸ ਰਿਹਾ ਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਕਿ ਸਿਮਰਤੀਆਂ ਦੇ ਵਿੱਚ, ਵੇਦਾਂ ਦੇ ਵਿੱਚ, ਪੁਰਾਣਾਂ ਦੇ ਵਿੱਚ ਵੀ ਪੁਕਾਰ ਕੇ ਸੁਣਾਇਆ ਹੋਇਆ ਕਿ ਨਾਮ ਤੋਂ ਬਗੈਰ ਬਾਕੀ ਸਾਰੀਆਂ ਗੱਲਾਂ ਹੋਛੀਆਂ ਆ, ਝੂਠੀਆਂ ਆ। ਹੁਣ ਗੁਰਬਾਣੀ ਦੇ ਵਿੱਚ ਸਾਨੂੰ ਇਹ ਭੇਦ ਦੇ ਕੇ ਮਹਾਰਾਜ ਨਾਲ ਫਿਰ ਸਾਨੂੰ ਇਹ ਸਮਝਾ ਦਿੱਤਾ ਕਿ ਸਿਮਰਤੀਆਂ ਵੇਦ ਪੁਰਾਣਾਂ ਦੇ ਵਿੱਚ ਗਿਆਨ ਦਿੱਤਾ ਹੋਇਆ, ਅਤੇ ਉਸ ਗਿਆਨ ਦੇ ਵਿੱਚੋਂ ਸਾਨੂੰ ਇਹ ਗਿਆਨ ਮਿਲਦਾ ਕਿ ਨਾਮ ਤੋਂ ਬਗੈਰ ਸਾਰੀਆਂ ਗੱਲਾਂ ਝੂਠੀਆਂ ਨੇ। ਜਿਹੜਾ ਜੀਵ ਫਿਰ ਗੁਰਬਾਣੀ ਨੂੰ ਪੜ੍ਹਦਾ ਹੈ, ਚੰਗੀ ਤਰ੍ਹਾਂ ਸਮਝਦਾ ਆ, ਉਹਨੂੰ ਪਤਾ ਲੱਗ ਜਾਂਦਾ ਕਿ ਨਾਮ ਐਸੀ ਵਸਤੂ ਆ ਜੋ ਇਸ ਤ੍ਰਿਲੋਕੀ ਤੋਂ ਉੱਪਰ ਆ। ਜਿਹੜਾ ਗਿਆਨ ਆ ਜਿਹੜਾ ਦਿੱਤਾ ਜਾਂਦਾ ਸਾਨੂੰ, ਉਸ ਦੇ ਵਿੱਚ ਸਾਨੂੰ ਸਮਝਾਇਆ ਜਾਂਦਾ ਹੈ ਕਿ ਨਾਮ ਦੇ ਨਾਲ ਜੁੜੋ, ਅਰਥਾਤ ਕਿ ਨਾਮ ਜਿਹੜਾ ਆ ਉਹਦੇ ਵਿੱਚੋਂ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ, ਜਿਹਨੂੰ ਬ੍ਰਹਮ ਦਾ ਗਿਆਨ ਕਿਹਾ ਹੋਇਆ। ਪਰ ਨਾਮ ਆਪ ਵਸਤੂ ਹੋ ਰਿਹਾ, ਉਹ ਪ੍ਰਮਾਤਮਾ ਦਾ ਸ਼ਬਦ ਆ ਜੋ ਮਹਾਰਾਜ ਨੇ ਉਚਾਰਨ ਕੀਤਾ, ਜਿਹਨੂੰ ਮਹਾਰਾਜ ਕਹਿੰਦੇ ਆ ਜੇਤਾ ਕੀਤਾ ਤੇਤਾ ਨਾਮ ਨਾਮੈ ਨਾਹੀ ਕੋ ਥਾਉ। ਉਸ ਨਾਮ ਦੇ ਨਾਲ ਜੁੜ ਕੇ ਸਾਨੂੰ ਬ੍ਰਹਮ ਦਾ ਗਿਆਨ ਪ੍ਰਾਪਤ ਹੁੰਦਾ, ਜਿਹਨੂੰ ਮਹਾਰਾਜ ਕਹਿੰਦੇ ਨਿਜ ਪਦ ਉੱਪਰ ਲਾਗੋ ਧਿਆਨ, ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ। ਕਿ ਉਸ ਨਾਮ ਦੇ ਨਾਲ ਜੁੜਾਂਗੇ ਅਤੇ ਸਾਨੂੰ ਬ੍ਰਹਮ ਦਾ ਗਿਆਨ ਪ੍ਰਾਪਤ ਹੁੰਦਾ ਹੈ। ਹੁਣ
ਗੁਰਬਾਣੀ ਦੇ ਵਿੱਚ ਮਹਾਰਾਜ ਨੇ ਸਮਝਾ ਦਿੱਤਾ ਕਿ ਇਹ ਗਿਆਨ ਜਿਹੜਾ ਆ ਸਾਨੂੰ ਕਿ ਨਾਮ ਦੇ ਨਾਲ ਸਾਨੂੰ ਜੁੜਨਾ ਚਾਹੀਦਾ, ਇਹ ਪੁਰਾਣਾਂ ਦੇ ਵਿੱਚ, ਸਿਮਰਤੀਆਂ, ਵੇਦਾਂ ਦੇ ਵਿੱਚ ਵੀ ਦਿੱਤਾ ਗਿਆ, ਜਿਹਨੂੰ ਮਹਾਰਾਜ ਆਨੰਦ ਸਾਹਿਬ ਵਿੱਚ ਹੀ ਕਹਿੰਦੇ ਆ ਕਿ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜੋ ਬਤਾਲਿਆ, ਕਿ ਵੇਦਾਂ ਦੇ ਵਿੱਚ ਵੀ ਨਾਮ ਦੀ ਮਹਿਮਾ ਕੀਤੀ ਹੋਈ ਆ। ਕਿਉਂ ਬਤਾਲਿਆਂ ਵਾਂਗ ਅਸੀਂ ਇੱਥੇ ਸੰਸਾਰ ਵਿੱਚ ਫਿਰਦੇ ਹਾਂ, ਉਸ ਮਹਿਮਾ ਨੂੰ, ਉਸ ਨਾਮ ਨੂੰ ਅਸੀਂ ਕਿਉਂ ਨਹੀਂ ਸੁਣਦੇ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਜਿਹੜੇ ਇਹ ਪੁਰਾਤਨ ਗ੍ਰੰਥ ਨੇ, ਮਹਾਰਾਜ ਕਹਿੰਦੇ ਕਿ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋ ਤੱਤੈ ਸਾਰ ਨਾ ਜਾਣੀ, ਕਿ ਸਿਮਰਤੀਆਂ ਸ਼ਾਸਤਰਾਂ ਦੇ ਵਿੱਚ ਪੁੰਨ ਅਤੇ ਪਾਪ ਦੀ ਵਿਚਾਰ ਹੁੰਦੀ ਆ, ਪਰ ਕਹਿੰਦੇ ਕਿ ਨਾਮ ਤੱਕ ਕਿਵੇਂ ਉਪੜਨਾ ਹੈ, ਜਿਹੜਾ ਤੱਤ ਆ ਪਰਮ ਤੱਤ, ਉਸ ਨੂੰ ਕਿਵੇਂ ਹਾਸਲ ਕਰਨਾ, ਕਹਿੰਦੇ ਉਹ ਗੁਰੂ ਤੋਂ ਬਗੈਰ ਉਹ ਭੇਦ ਨਹੀਂ ਮਿਲਦਾ। ਹੁਣ ਇੱਕ ਪਾਸੇ ਮਹਾਰਾਜ ਨੇ ਕਿਹਾ ਹੋਇਆ ਹੈ ਕਿ ਇਹਨਾਂ ਪੁਰਾਤਨ ਗ੍ਰੰਥਾਂ ਦੇ ਵਿੱਚ ਨਾਮ ਦੀ ਮਹਿਮਾ ਲਿਖੀ ਹੋਈ ਹੈ, ਦੂਜੇ ਪਾਸੇ ਮਹਾਰਾਜ ਨੇ ਕਿਹਾ ਹੋਇਆ ਕਿ ਗੁਰੂ ਧਾਰਨ ਕਰਨਾ ਬਹੁਤ ਜ਼ਰੂਰੀ ਆ। ਗੁਰੂ ਨੇ ਕੀ ਕਰਨਾ ਹੁੰਦਾ, ਗੁਰੂ ਨੇ ਉਹ ਸਾਰਾ ਗਿਆਨ ਜੋ ਬ੍ਰਹਮ ਦਾ ਦਿੱਤਾ ਹੋਇਆ ਆ ਉਹਨੂੰ ਤਰਤੀਬ ਦੇਣੀ ਹੁੰਦੀ ਹੈ। ਜਿਵੇਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਨੂੰ ਸਤਿਗੁਰੂ ਦਾ ਖਿਤਾਬ ਹੈ ਅਤੇ ਗੁਰੂ ਦਾ ਖਿਤਾਬ ਹੈ। ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਮਹਾਰਾਜ ਉਸ ਗਿਆਨ ਨੂੰ ਤਰਤੀਬ ਦਿੰਦੇ ਆ। ਸਾਨੂੰ ਸ਼ੁਰੂ ਕਰਦੇ ਆ ਇੱਕ ਤੋਂ, ਜੋ ਨਿਰਗੁਣ ਸਰੂਪ ਆ, ਕਿ ਨਿਰਗੁਣ ਤੋਂ ਆਕਾਰ ਪ੍ਰਗਟ ਹੋਇਆ ਅਤੇ ਕਹਿ ਦਿੱਤਾ ਇੱਕ ਓੰਕਾਰ। ਫਿਰ ਸਾਨੂੰ ਸਮਝਾ ਦਿੱਤਾ ਕਿ ਉਹ ਇੱਕ ਨਿਰਗੁਣ ਸਰੂਪ, ਉਸ ਨੂੰ ਸੱਚ ਕਹਿ ਦਿੱਤਾ, ਅਤੇ ਇਹ ਆਕਾਰ ਉਸ ਦੇ ਸ਼ਬਦ ਤੋਂ ਪ੍ਰਗਟ ਹੋਇਆ ਜਿਸ ਨੂੰ ਕਹਿ ਦਿੱਤਾ ਨਾਮ, ਫਿਰ ਕਹਿ ਦਿੱਤਾ ਸਤਿਨਾਮ। ਫਿਰ ਮਹਾਰਾਜ ਦੱਸਦੇ ਨੇ ਕਿ ਉਹ ਨਿਰਗੁਣ ਸਰੂਪ ਪਰਮਾਤਮਾ ਉਹ ਕਰਤਾ ਆ ਜਿਸ ਨੇ ਸਾਰੀ ਰਚਨਾ ਕੀਤੀ ਆ, ਉਹ ਪੁਰਖ ਆ, ਅਸੀਂ ਸਾਰੀਆਂ ਉਹਨਾਂ ਦੀਆਂ ਨਾਰਾਂ ਆ, ਜਿਹਨੂੰ ਮਹਾਰਾਜ ਕਹਿੰਦੇ ਆ ਕਿ ਸਭਨਾ ਕਾ ਸੋ ਏਕ ਹੈ ਸਦ ਹੀ ਰਹੇ ਹਜੂਰ, ਨਾਨਕ ਹੁਕਮ ਨਾ ਮੰਨੀ ਤਾਂ ਘਰ ਹੀ ਅੰਦਰ ਦੂਰ। ਫਿਰ ਕਹਿੰਦੇ ਕਿ ਉਹ ਕਰਤਾ ਪੁਰਖ ਆ, ਉਹ ਨਿਰਭਉ ਆ, ਨਿਰਵੈਰ ਆ, ਉਹ ਡਰ ਤੋਂ ਰਹਿਤ ਆ ਅਤੇ ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਨਿਰਭਉ ਨਿਰਵੈਰ ਅਕਾਲ ਮੂਰਤ, ਉਹ ਪਰਮਾਤਮਾ ਅਕਾਲ ਆ, ਕਾਲ ਤੋਂ ਰਹਿਤ ਆ। ਅਕਾਲ ਮੂਰਤ ਅਜੂਨੀ ਸੈਭੰਗ, ਕਿ ਉਹ ਜੂਨਾਂ ਤੋਂ ਵੀ ਰਹਿਤ ਆ ਅਤੇ ਆਪਣੇ ਆਪ ਤੋਂ ਪ੍ਰਗਟ ਹੋਇਆ, ਜਿਸ ਨੂੰ ਮਹਾਰਾਜ ਕਹਿੰਦੇ ਆ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਚਾਓ। ਅਤੇ ਇਸ ਤਰੀਕੇ ਦੇ ਨਾਲ ਮਹਾਰਾਜ ਨੇ ਫਿਰ ਸਮਝਾ ਦਿੱਤਾ ਕਿ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ, ਕਿ ਗੁਰੂ ਦੇ ਰਾਹੀਂ ਸਾਨੂੰ ਉਸ ਦਾ ਭੇਦ ਮਿਲਦਾ ਆ, ਸ਼ਬਦ ਗੁਰੂ ਦੇ ਰਾਹੀਂ ਅਸੀਂ ਪਰਮਾਤਮਾ ਨਾਲ ਮਿਲਾਪ ਕਰਦੇ ਹਾਂ। ਅਤੇ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਉਸ ਹੀ ਸ਼ਬਦ ਗੁਰੂ ਨਾਲ ਜੁੜ ਕੇ ਸਾਨੂੰ ਉਹ ਪ੍ਰਸ਼ਾਦ ਮਿਲਦਾ ਆ, ਕਿਰਪਾ ਮਿਲਦੀ ਆ, ਜਿਸ ਦੁਆਰਾ ਸਾਡੇ ਮਨ ਤ੍ਰਿਪਤ ਹੋ ਜਾਂਦੇ ਆ, ਅੰਮ੍ਰਿਤ ਰਸ ਅੰਦਰ ਆਉਂਦਾ ਆ, ਜਿਹਨੂੰ ਮਹਾਰਾਜ ਕਹਿੰਦੇ ਆ ਮਨ ਕਾ ਤੋਸਾ ਹਰ ਨਾਮ ਹੈ, ਹਿਰਦੈ ਰਖੋ ਸਮਾਲ, ਇਹੋ ਖਰਚ ਅਖੁੱਟ ਹੈ ਗੁਰਮੁਖ ਨਿਭੈ ਨਾਲ। ਐਸੀ ਕਿਰਪਾ ਹੁੰਦੀ ਹੈ ਸਾਡੇ ਮਨ 'ਤੇ ਕਿ ਸਾਨੂੰ ਉਹ ਖੁਰਾਕ ਅੰਦਰੋਂ ਫਿਰ ਮਿਲਦੀ ਹੈ। ਅਜੂਨੀ ਸੈਭੰਗ ਗੁਰ ਪ੍ਰਸਾਦ ਜਪ ਆਦਿ ਸੱਚ, ਕਿਹਨੂੰ ਜਪਣਾ, ਫਿਰ ਮਹਾਰਾਜ ਨੇ ਸਮਝਾ ਦਿੱਤਾ ਕਿ ਉਸੀ ਸੱਚ ਨੂੰ ਜਪਣਾ ਜੋ ਪਹਿਲਾਂ ਵੀ ਮੌਜੂਦ ਸੀ, ਹੁਣ ਵੀ ਮੌਜੂਦ ਹੈ ਅਤੇ ਹਮੇਸ਼ਾ ਹੀ ਮੌਜੂਦ ਹੋਵੇਗਾ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਕਿ ਉਹ ਸੱਚ ਇਸ ਸਮੇਂ ਸ਼ੁਰੂ ਹੋਣ ਤੋਂ ਪਹਿਲਾਂ ਵੀ ਮੌਜੂਦ ਸੀ। ਆਦਿ ਸੱਚ, ਜਦੋਂ ਯੁੱਗ ਸ਼ੁਰੂ ਹੋ ਗਿਆ, ਸਮਾਂ ਸ਼ੁਰੂ ਹੋ ਗਿਆ, ਇਹ ਰਚਨਾ ਹੋ ਗਈ, ਉਦੋਂ ਵੀ ਸੱਚ ਮੌਜੂਦ ਆ। ਜੁਗਾਦ ਸੱਚ, ਹੈ ਭੀ ਸੱਚ, ਕਿ ਹੁਣ ਪ੍ਰੈਜੈਂਟ ਮੂਮੈਂਟ ਦੇ ਵਿੱਚ ਵੀ ਉਹੀ ਸੱਚ ਪਰਮਾਤਮਾ ਮੌਜੂਦ ਆ। ਨਾਨਕ ਹੋਸੀ ਭੀ ਸੱਚ, ਕਿ ਹਮੇਸ਼ਾ ਹੀ ਉਹ ਪਰਮਾਤਮਾ ਸੱਚ ਮੌਜੂਦ ਹੀ ਰਹਿਣਗੇ। ਉਸ ਦਾ ਅਸੀਂ ਜਾਪ ਕਰਨਾ ਹੈ। ਹੁਣ ਇਸ ਤਰੀਕੇ ਦੇ ਨਾਲ ਜਦੋਂ ਗੁਰੂ ਸਾਹਿਬ ਦਾ ਤਰਤੀਬ ਦਿੰਦੇ ਉਸ ਗਿਆਨ ਨੂੰ, ਸਾਡੇ ਮਨ ਨੂੰ ਸੇਧ ਮਿਲਦਾ ਕਿਵੇਂ ਅਸੀਂ ਇੱਥੇ ਆਏ ਸੰਸਾਰ ਵਿੱਚ, ਕਿਵੇਂ ਬ੍ਰਹਿਮੰਡ ਦੀ ਪਰਮਾਤਮਾ ਨੇ ਰਚਨਾ ਕੀਤੀ, ਅਤੇ ਕਿਵੇਂ ਅਸੀਂ ਇਸ ਮਾਇਆ ਦੇ ਦੇਸ਼ ਦੇ ਵਿੱਚੋਂ ਨਿਕਲ ਕੇ ਸੁੰਨ ਵਿੱਚ ਜਾਣਾ ਆ। ਸੁੰਨ ਵਿੱਚ ਕਿਵੇਂ ਅਸੀਂ ਫਿਰ ਪ੍ਰਵੇਸ਼ ਹੋ ਕੇ ਉਸ ਸ਼ਬਦ ਦੀ ਪਛਾਣ ਕਰਨੀ ਹੈ ਅਤੇ ਉਸ ਦੇ ਨਾਲ ਆਪਣੀ ਸੁਰਤੀ ਜੋੜਨੀ ਹੈ। ਕਿਵੇਂ ਫਿਰ ਉਸ ਸ਼ਬਦ ਦੇ ਨਾਲ ਅਸੀਂ ਸੁਰਤੀ ਜੋੜ ਕੇ ਉਸ ਦੇ ਵਿੱਚ ਸਮਾ ਕੇ ਹਰੀ ਦੇ ਸਨਮੁਖ ਹੋਣਾ ਆ। ਇਹ ਸਾਰਾ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਸਾਨੂੰ ਤਰਤੀਬ ਮਾਤਰ ਸਮਝਾ ਦਿੱਤਾ। ਅਤੇ ਮਹਾਰਾਜ ਨੇ ਉਂਝ ਫਿਰ ਦੱਸ ਦਿੱਤਾ, ਕਹਿੰਦੇ ਸਭ ਦਾ ਮਾਹੇ ਵਖਾਣੀ ਵਿਰਲਾ ਤਾਂ ਬੂਝੈ ਕੋਏ,
ਕਿ ਸ਼ਬਦਾਂ ਦੇ ਵਿੱਚ ਸਾਰੀ ਵਿਆਖਿਆ ਕਰ ਦਿੱਤੀ ਹੈ, ਪਰ ਹੈ ਵਿਰਲਾ ਹੀ ਆ ਕੋਈ ਜਿਹੜਾ ਇਸ ਨੂੰ ਬੁੱਝਦਾ ਆ। ਜਿਹੜਾ ਇਸ ਨੂੰ ਬੁੱਝਦਾ ਆ, ਜਿਹੜਾ ਇਸ ਦਾ ਭੇਦ ਲੈ ਲੈਂਦਾ ਗੁਰਬਾਣੀ ਰਾਹੀਂ, ਉਹਨੂੰ ਕਹਿ ਦਿੱਤਾ ਗੁਰਮੁਖ। ਉਹ ਬਾਣੀ ਦੀ ਵਿਚਾਰ ਕਰਦੇ ਆ। ਮਹਾਰਾਜ ਕਹਿੰਦੇ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਮਹਾਂਪੁਰਖਾਂ ਦੀ ਬਾਣੀ ਹੈ, ਨਿਜ ਘਰ ਦੇ ਵਿੱਚ ਇਹਦਾ ਵਾਸਾ ਆ। ਤਾਂ ਫਿਰ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਇਹ ਜਿਹੜਾ ਗਿਆਨ ਆ ਵੇਦਾਂ ਦਾ ਵੀ, ਕਹਿੰਦੇ ਕੇਤੇ ਪੰਡਿਤ ਜੋਤਕੀ ਵੇਦਾ ਕਰੇ ਵਿਚਾਰ, ਕਿ ਬੜੇ ਪੰਡਿਤ ਜੋਤਸ਼ੀ ਵੇਦਾਂ ਦੀ ਵਿਚਾਰ ਕਰਦੇ ਆ, ਪਰ ਨਾ ਸਮਝਣ ਕਾਰਨ ਉਹ ਇਸ ਨੂੰ ਤ੍ਰੈ ਗੁਣਾਂ ਦੇ ਵਿੱਚ ਲੈ ਜਾਂਦੇ ਆ। ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ। ਜਿਵੇਂ ਅਸੀਂ ਵੀ ਸੰਸਾਰ ਵਿੱਚ ਦੇਖਦੇ ਹਾਂ, ਗੁਰਬਾਣੀ ਦੀ ਵਿਆਖਿਆ ਕਈ ਕਰਦੇ ਆ। ਜਿਹੜੇ ਵਿਦਵਾਨ ਹੁੰਦੇ ਆ, ਜਿਨ੍ਹਾਂ ਨੇ ਪ੍ਰੈਕਟੀਕਲ ਨਹੀਂ ਕੀਤਾ ਜਾਂ ਉਹਨਾਂ ਨੂੰ ਸਮਝ ਨਹੀਂ ਕਿ ਮਹਾਰਾਜ ਸਾਨੂੰ ਨਾਮ ਦੇ ਨਾਲ ਜੋੜ ਰਿਹਾ ਆ, ਉਹ ਕੀ ਕਰਦੇ ਆ, ਵਾਰ-ਵਾਰ ਗੁਰਬਾਣੀ ਦੇ ਅਰਥ ਤ੍ਰੈ ਗੁਣਾਂ ਦੇ ਵਿੱਚ ਕਰਦੇ ਆ, ਫਿਰ ਵਾਦ ਵਿਵਾਦ ਸ਼ੁਰੂ ਕਰਦੇ ਆ। ਇੱਦਾਂ ਹੀ ਪੰਡਿਤ ਜੋਤਸ਼ੀ ਜਿਹੜੇ ਆ, ਉਹ ਵੇਦਾਂ ਦੀ ਵਿਚਾਰ ਕਰਦੇ, ਉਹ ਵੀ ਵਾਦ ਵਿਵਾਦ ਵਿੱਚ ਬ੍ਰਹਮ ਦਾ ਗਿਆਨ ਲੈ ਕੇ ਜਾਂਦੇ। ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ। ਬ੍ਰਹਮ ਦੇ ਗਿਆਨ ਦੇ ਵਿੱਚ ਕੋਈ ਵਾਦ ਵਿਵਾਦ ਨਹੀਂ ਹੁੰਦਾ, ਪਰ ਉਹ ਤ੍ਰੈ ਗੁਣਾਂ ਦੇ ਵਿੱਚ ਉਸ ਗਿਆਨ ਨੂੰ ਸਮਝਦੇ ਆ। ਅਸਲੀ ਮੈਨਾ ਉਹਨਾਂ ਨੂੰ ਆਉਂਦਾ ਹੀ ਨਹੀਂ। ਤਾਂ ਫਿਰ ਮਹਾਰਾਜ ਕਹਿੰਦੇ ਆ ਗੁਰੂ ਧਾਰਨ ਕਰਨਾ ਜ਼ਰੂਰੀ ਹੈ। ਬਿਨ ਗੁਰ ਕਰਮ ਨਾ ਛੁਟਸੀ, ਕਹਿ ਸੁਣ ਆਖ ਵਖਾਣ। ਕਿ ਬਿਨਾਂ ਗੁਰੂ ਤੋਂ ਸਾਡੇ ਜਿਹੜੇ ਇਹ ਕਰਮ ਅਸੀਂ ਕੀਤੇ ਹੋਇਆ, ਇਹਨਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਕਹਿ ਸੁਣ ਆਖ ਵਖਾਣ, ਕਹਿੰਦੇ ਕਿ ਕਹਿ ਕੇ, ਸੁਣ ਕੇ, ਆਖ ਕੇ ਇਹਦੀ ਵਿਚਾਰ ਕਰ ਲਓ, ਇਹਦਾ ਵਖਿਆਣ ਕਰ ਲਓ ਕਿ ਗੁਰੂ ਤੋਂ ਬਗੈਰ ਮੁਕਤੀ ਨਹੀਂ ਮਿਲਦੀ। ਤਾਂ ਹੀ ਮਹਾਰਾਜ ਨੇ ਜੋ ਮਰਿਆਦਾ ਸਾਨੂੰ ਸਮਝਾਈ ਹੋਈ ਆ, ਉਹ ਇਹੀ ਆ ਕਿ ਅਸੀਂ ਪੰਜਾਂ ਪਿਆਰਿਆਂ ਦੇ ਰਾਹੀਂ ਸਤਿਗੁਰੂ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੇ ਸਿੱਖ ਬਣਦੇ ਹਾਂ। ਅਸੀਂ ਸੰਗਤ ਕਰਨੀ ਹੁੰਦੀ ਆ, ਅਸੀਂ ਭੇਦ ਲੈਣਾ ਹੁੰਦਾ ਆ ਕਿ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਸਾਨੂੰ ਕੀ ਦੱਸਿਆ, ਕਿਵੇਂ ਅਸੀਂ ਉਸ ਨਾਮ ਨਾਲ ਜੁੜ ਸਕਦੇ ਹਾਂ। ਅਤੇ ਗੁਰੂ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਨੇ ਇਹ ਤਰਤੀਬ ਦਿੱਤਾ ਹੋਇਆ ਸਾਰੇ ਗਿਆਨ ਨੂੰ, ਅਤੇ ਸਾਨੂੰ A to Z ਦੱਸਿਆ ਹੋਇਆ। 1430 ਅੰਗ ਦੀ ਜਦੋਂ ਅਸੀਂ ਵਿਚਾਰ ਕਰਦੇ ਹਾਂ, ਸਾਨੂੰ ਪੂਰਨ ਭੇਦ ਮਿਲ ਜਾਂਦਾ। ਸਿਰਫ ਇਹ ਹੈ ਕਿ ਅਸੀਂ ਗੁਰੂ ਦੀ ਗੱਲ ਮੰਨਣੀ ਹੁੰਦੀ ਹੈ ਕਿ ਅਸੀਂ ਨਾਲ ਆਪਣਾ ਪ੍ਰੈਕਟੀਕਲ ਕਰੀਏ। ਜੇ ਅਸੀਂ ਸਿਮਰਨ ਅਭਿਆਸ ਨਹੀਂ ਕਰਦੇ, ਸਾਨੂੰ ਸਮਝ ਨਹੀਂ ਆਉਣੀ ਗੁਰਬਾਣੀ ਦੇ। ਤਾਂ ਮਹਾਰਾਜ ਨੇ ਕਿਹਾ ਹੈ ਕਿ ਇਹ ਮਹਾਂਪੁਰਖਾਂ ਦੀ ਬਾਣੀ ਹੈ, ਇਹਦਾ ਨਿਜ ਘਰ ਦੇ ਵਿੱਚ ਵਾਸਾ ਆ। ਹੁਣ ਇੱਥੇ ਮਹਾਰਾਜ ਦੱਸਦੇ ਨੇ ਸਾਨੂੰ, ਕਹਿੰਦੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਕਿ ਨਾਮ ਤੋਂ ਬਗੈਰ ਜੋ ਵੀ ਅਸੀਂ ਗੱਲਾਂ ਸੰਸਾਰ ਵਿੱਚ ਕਰਦੇ ਹਾਂ, ਉਹ ਝੂਠੀਆਂ ਆ, ਥੋਥੀਆਂ ਗੱਲਾਂ ਆ, ਫਜ਼ੂਲ ਗੱਲਾਂ ਆ, ਉਹਨਾਂ ਦਾ ਕੋਈ ਫਾਇਦਾ ਨਹੀਂ। ਫਿਰ ਮਹਾਰਾਜ ਕਹਿੰਦੇ ਨਾਮ ਨਿਦਾਨ ਅਪਾਰ ਭਗਤਾਂ ਮਨ ਵਸੈ। ਕਿ ਨਾਮ ਜੋ ਹੈ, ਉਹ ਸ਼ਬਦ ਜੋ ਪ੍ਰਮਾਤਮਾ ਨੇ ਉਚਾਰਨ ਕੀਤਾ, ਉਹ ਭਗਤਾਂ ਦੇ ਮਨ ਵਿੱਚ ਵਸਦਾ ਹੈ। ਜਿਹਨੂੰ ਮਹਾਰਾਜ ਕਹਿੰਦੇ ਆ ਕਿ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਿਨ੍ਹਾਂ ਕੈ ਮਨ ਵਿਸਰਾਮ। ਫਿਰ ਮਹਾਰਾਜ ਕਹਿੰਦੇ ਆ ਕਿ ਜਿਨ੍ਹਾਂ ਦੇ ਮਨ 'ਚ ਵਸ ਜਾਂਦਾ, ਉਹ ਭਗਤ ਖਵਾਉਂਦੇ ਆ। ਉਹਨਾਂ ਦੇ ਜੇ ਅਸੀਂ ਬਚਨ ਸੁਣਦੇ ਹਾਂ ਤਾਂ ਸਾਡੇ ਜਿਹੜੇ ਦੁੱਖਾਂ ਪਾਪਾਂ ਦਾ ਨਾਸ ਹੁੰਦਾ ਹੈ। ਮਹਾਰਾਜ ਕਹਿੰਦੇ ਆ ਕਿ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਕਿ ਭਗਤ ਜਿਹੜੇ ਆ ਉਹ ਬਚਨ ਕਰਦੇ ਆ, ਉਹਨਾਂ ਦੇ ਬਚਨ ਸੁਣ ਕੇ, ਕਿਉਂਕਿ ਉਹ ਆਕਾਸ਼ ਦਾ ਭੇਦ ਹੁੰਦਾ, ਸਾਡੇ ਦੁੱਖਾਂ ਪਾਪਾਂ ਦਾ ਨਾਸ ਹੁੰਦਾ ਹੈ। ਇੱਧਰ ਫਿਰ ਮਹਾਰਾਜ ਸਮਝਾ ਰਹੇ ਨੇ ਨਾਮ ਨਿਦਾਨ ਅਪਾਰ ਭਗਤਾਂ ਮਨ ਵਸੈ, ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ। ਜਨਮ ਮਰਨ ਦਾ ਜਿਹੜਾ ਦੁੱਖ ਸਾਨੂੰ ਲੱਗਿਆ ਹੋਇਆ, ਜਨਮਾਂਤਰਾਂ ਦੇ ਅਸੀਂ ਇਸ ਜਗਤ ਵਿੱਚ ਆਉਂਦੇ ਜਾਂਦੇ ਹਾਂ, ਉਹ ਦੁੱਖ ਜਿਹੜਾ ਮੋਹ ਸਾਨੂੰ ਚੁੰਬੜਿਆ ਹੋਇਆ ਹੈ ਸੰਸਾਰ ਦੇ ਨਾਲ, ਕੋਈ ਵੀ ਕਲੇਸ਼, ਕਹਿੰਦੇ ਸਾਧੂ ਦੀ ਸੰਗਤ ਕਰਨ ਨਾਲ ਉਹ ਸਾਰੇ ਦੁੱਖ ਕਲੇਸ਼ ਨੱਠ ਜਾਂਦੇ ਆ। ਰਹਾਓ। ਫਿਰ ਮਹਾਰਾਜ ਦੱਸਦੇ ਗੁਰਬਾਣੀ ਵਿੱਚ, ਕਹਿੰਦੇ ਮੋਹ ਬਾਦ ਅਹੰਕਾਰ ਸਰਪਰ ਰੁੰਨਿਆ। ਕਿ ਜਿਹੜਾ ਮੋਹ ਦੇ ਵਿੱਚ ਪਿਆ ਰਹਿੰਦਾ ਆ, ਵਾਦ ਵਿਵਾਦ ਵਿੱਚ, ਝਗੜਿਆਂ ਦੇ ਵਿੱਚ ਰਹਿੰਦਾ ਆ, ਅਹੰਕਾਰ ਦੇ ਵਿੱਚ ਰਹਿੰਦਾ ਆ, ਕਹਿੰਦੇ ਆਖਰਕਾਰ ਉਹਨੂੰ ਰੋਣਾ ਪਊਗਾ ਜੀਵ ਨੂੰ, ਮਨ ਨੂੰ, ਜਿਹੜਾ ਇਸ ਤਰੀਕੇ ਦੇ ਨਾਲ ਸੰਸਾਰ ਵਿੱਚ ਵਿਚਰਦਾ ਹੈ। ਮੋਹ ਬਾਦ ਅਹੰਕਾਰ ਸਰਪਰ ਰੁੰਨਿਆ, ਸੁਖ ਨਾ ਪਾਇਨ ਮੂਲ ਨਾਮ ਵਿਛੁੰਨਿਆ। ਕਹਿੰਦੇ ਮੂਲ ਪਰ ਬਿਲਕੁਲ ਕੋਈ ਸੁੱਖ ਨਹੀਂ ਮਿਲ ਸਕਦਾ, ਬਿਲਕੁਲ ਕੋਈ ਸੁੱਖ ਨਹੀਂ ਮਿਲ ਸਕਦਾ ਉਹਨੂੰ ਜਿਹੜਾ ਨਾਮ ਤੋਂ ਵਿਛੜ ਚੁੱਕਾ ਹੈ, ਜਿਹੜਾ ਨਾਮ ਤੋਂ ਵਾਂਝਾ ਹੈ।
ਜਿਹੜੇ ਜੀਵ ਸੰਸਾਰ ਵਿੱਚ ਆਉਂਦੇ ਆ ਉਹ ਸਾਰਾ ਸੰਸਾਰ ਨੂੰ ਦੇਖ ਕੇ ਸਮਝ ਲੈਂਦੇ ਕਿ ਇਹ ਸਾਡਾ ਆਪਣਾ ਆ, ਪਰ ਇਹ ਹੈ ਨਹੀਂ ਸਾਡਾ ਆਪਣਾ। ਸਾਰੇ ਕਹੀ ਜਾਂਦੇ ਮੇਰਾ ਪਰਿਵਾਰ, ਮੇਰਾ ਸਰੀਰ, ਮੇਰੀ ਦੌਲਤ, ਮੇਰਾ ਧਨ। ਅਤੇ ਮਹਾਰਾਜ ਕਹਿੰਦੇ ਮੇਰੀ ਮੇਰੀ ਧਾਰ ਬੰਧਨ ਬੰਧਿਆ। ਕਹਿੰਦੇ ਇਹੋ ਜਿਹਾ ਮੇਰੀ ਮੇਰੀ ਕਰਕੇ ਆਪਣਾ ਸਾਰਾ ਕੁਝ ਸਮਝ ਕੇ ਕਿ ਮੇਰਾ ਹੀ ਹੈ, ਕਹਿੰਦੇ ਅਸੀਂ ਬੰਧਨਾਂ ਦੇ ਵਿੱਚ ਬੰਨ ਹੋ ਗਏ ਹਾਂ, ਬੰਧਨਾਂ ਦੇ ਵਿੱਚ ਅਸੀਂ ਪੈ ਚੁੱਕੇ ਹਾਂ ਇਸ ਸੰਸਾਰ ਵਿੱਚ। ਮੇਰੀ ਮੇਰੀ ਧਾਰ ਬੰਧਨ ਬੰਧਿਆ। ਅਤੇ ਉਹਨਾਂ ਬੰਧਨਾਂ ਦੇ ਕਾਰਨ ਕਰਕੇ ਅਸੀਂ ਇੱਥੋਂ ਫਿਰ ਨਿਕਲ ਨਹੀਂ ਸਕਦੇ। ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਕਹਿੰਦੇ ਕਦੇ ਉਹ ਜੀਵ ਫਿਰ ਨਰਕ ਨੂੰ ਜਾਂਦਾ ਆ, ਕਦੇ ਸਵਰਗ ਤੱਕ ਸੀਮਤ ਰਹਿ ਜਾਂਦਾ ਆ। ਵਾਰ-ਵਾਰ ਆਉਣਾ ਜਾਣਾ ਪੈਂਦਾ ਹੈ ਫਿਰ ਸੰਸਾਰ ਵਿੱਚ, ਕਿਉਂਕਿ ਉਹ ਮਾਇਆ ਦੇ ਨਾਲ ਇਸ ਤਰੀਕੇ ਨਾਲ ਚੁੰਬੜ ਗਿਆ, ਸੁਰਤੀ ਜਿਹੜੀ ਹੈ ਮਨ ਚੁੰਬੜ ਗਿਆ ਕਿ ਉਹ ਇੱਥੇ ਦੇ ਧੰਦਿਆਂ ਤੱਕ ਸੀਮਤ ਰਹਿ ਗਿਆ। ਐਸਾ ਜੀਵ ਜਿਹੜਾ ਆ ਉਹਨੂੰ ਫਿਰ ਆਉਣ ਜਾਣ ਦਾ ਚੱਕਰ ਜਿਹੜਾ ਪੈ ਜਾਂਦਾ ਆ, ਉਹ ਵਾਰ-ਵਾਰ ਕਿਸੇ ਆਕਾਰ ਵਿੱਚ ਆਉਂਦਾ, ਕਦੇ ਕਿਸੇ ਆਕਾਰ ਵਿੱਚ ਆਉਂਦਾ, ਕਦੇ ਨਰਕ ਨੂੰ ਚਲੇ ਜਾਂਦਾ ਆ, ਕਦੇ ਸਵਰਗ ਦੇ ਵਿੱਚ ਫਿਰ ਮੁੜ ਕੇ ਆਉਂਦਾ ਆ। ਮਹਾਰਾਜ ਫਿਰ ਕਹਿੰਦੇ ਆ ਸੋਧਤ ਸੋਧਤ ਸੋਧ ਤਤ ਵਿਚਾਰਿਆ। ਸੋਧਤ ਦਾ ਮਤਲਬ ਹੁੰਦਾ ਕਿ ਚੰਗੀ ਤਰ੍ਹਾਂ ਜਾਂਚ ਕਰਕੇ, ਖੋਜ ਕਰਕੇ, ਵਾਚ ਕੇ। ਕਹਿੰਦੇ ਸੋਧਤ ਸੋਧਤ ਸੋਧ ਤਤ ਵਿਚਾਰਿਆ। ਕਹਿੰਦੇ ਕਿ ਤਤ ਅਸਲੀਅਤ ਜਿਹੜੀ ਆ, ਨਾਮ ਬਿਨਾ ਸੁਖ ਨਾਹੀਂ ਸਰ ਪਰ ਹਾਰਿਆ। ਕਹਿੰਦੇ ਕਿ ਇਸ ਬ੍ਰਹਮ ਦੇ ਗਿਆਨ ਦੇ ਵਿੱਚੋਂ ਜਦੋਂ ਅਸੀਂ ਇਹਦਾ ਵਿਚਾਰ ਕਰਦੇ ਹਾਂ, ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਜਾਂ ਜਿਹੜੇ ਜੀਵ ਸਿਮਰਤੀਆਂ ਸ਼ਾਸਤਰ ਵੇਦਾਂ ਦਾ ਵਿਚਾਰ ਕਰਦੇ ਆ, ਜੇ ਉਹ ਸਹੀ ਤਰੀਕੇ ਨਾਲ ਖੋਜ ਕਰਨ, ਉਹ ਇਹ ਤੱਤ ਨਿਕਲਦਾ ਕਿ ਨਾਮ ਬਿਨਾ ਸੁਖ ਨਾਹੀਂ ਸਰ ਪਰ ਹਾਰਿਆ, ਕਿ ਨਾਮ ਤੋਂ ਬਗੈਰ ਸੁੱਖ ਨਹੀਂ ਮਿਲਣਾ। ਅਤੇ ਨਾਮ ਤੋਂ ਵਾਂਝੇ ਜੇ ਅਸੀਂ ਰਹਿ ਤਾਂ ਅਸੀਂ ਆਖਰਕਾਰ ਹਾਰਨਾ ਹੀ ਆ। ਫਿਰ ਕਹਿੰਦੇ ਆਵੇ ਜਾਹੇ ਅਨੇਕ ਮਰਮਰ ਜਨਮ ਤੇ, ਕਿ ਇਸ ਸੰਸਾਰ ਵਿੱਚ ਅਨੇਕਾਂ ਹੀ ਜੀਵ ਆ ਜਿਹੜੇ ਆਉਣ ਜਾਣ ਦੇ ਚੱਕਰ ਦੇ ਵਿੱਚ ਰਹਿੰਦੇ ਆ, ਕਦੇ ਮਰਦੇ ਆ, ਕਦੇ ਜਨਮ ਲੈਂਦੇ ਆ, ਵੱਖ ਵੱਖ ਆਕਾਰ ਦੇ ਵਿੱਚ ਆਉਂਦੇ ਆ। ਬਿਨ ਬੁੱਝੇ ਸਭ ਵਾਦ ਜੋਨੀ ਭਰਮ ਤੇ। ਕਹਿੰਦੇ ਕਿ ਬਿਨਾਂ ਬੁੱਝੇ ਹੋਏ ਸਾਰੇ ਵਾਦ ਵਿਵਾਦ ਵਿੱਚ ਇੱਥੇ ਆ ਕੇ ਪੈਂਦੇ ਆ ਤ੍ਰੈ ਗੁਣਾਂ ਦੇ ਵਿੱਚ, ਅਤੇ ਜੂਨਾਂ ਦੀ ਭਰਮਣਾ ਉਹਨਾਂ ਨੂੰ ਕਰਨੀ ਪੈਂਦੀ ਹੈ। ਜਿਨ ਕੋ ਭੇ ਦਿਆਲ ਤਿਨ ਸਾਧੂ ਸੰਗ ਪਿਆ। ਜਿਨ੍ਹਾਂ 'ਤੇ ਪ੍ਰਮਾਤਮਾ ਦਿਆਲੂ ਹੋ ਜਾਏ ਨਾ, ਉਹਨਾਂ ਨੂੰ ਸਾਧੂ ਦੀ ਸੰਗਤ ਬਖਸ਼ਿਸ਼ ਕਰਦੇ ਨੇ। ਅੰਮ੍ਰਿਤ ਹਰਿ ਕਾ ਨਾਮ ਤਿਨੀ ਜਨੀ ਜਪ ਲਿਆ। ਸਾਧੂ ਕੀ ਕਰਦੇ ਆ, ਉਹ ਅਗਲੇ ਜੀਵ ਨੂੰ ਨਾਮ ਨਾਲ ਜੋੜਦੇ ਆ, ਉਹਨੂੰ ਨਾਮ ਜਪਾਉਂਦੇ ਆ, ਜਿਵੇਂ ਅਸੀਂ ਗੁਰਮੰਤਰ ਦਾ ਅਭਿਆਸ ਸਾਰੇ ਗੁਰਮੁਖ ਕਰ ਰਹੇ ਹਾਂ। ਸਾਧੂ ਜਨ ਆਪ ਜਪਦੇ ਆ ਅਤੇ ਉਹ ਹਰੇਕ ਸਤਸੰਗੀ ਨੂੰ ਜਪਾਉਂਦੇ ਆ ਹਰੀ ਦਾ ਨਾਮ। ਮਹਾਰਾਜ ਕਹਿੰਦੇ ਕਿ ਹਰੀ ਦਾ ਜਿਹੜਾ ਨਾਮ ਆ, ਜੋ ਅੰਦਰੋਂ ਫਿਰ ਉਹ ਜੀਵ ਖੋਜ ਕਰਕੇ ਉਸ ਨਾਮ ਨਾਲ ਜੁੜਦੇ ਆ, ਜੋ ਪ੍ਰਮਾਤਮਾ ਦੇ ਮੁਖ ਦੀ ਉਚਾਰਨ ਕੀਤੀ ਹੋਈ ਬਾਣੀ ਆ, ਸ਼ਬਦ ਆ, ਜਿਸ ਨੂੰ ਅਨਹਦ ਸ਼ਬਦ ਕਹਿ ਦਿੱਤਾ ਹੈ, ਉਸ ਦੇ ਵਿੱਚੋਂ ਸਾਨੂੰ ਫਿਰ ਅੰਮ੍ਰਿਤ ਰਸ ਮਿਲਦਾ ਆ। ਅੰਮ੍ਰਿਤ ਹਰਿ ਕਾ ਨਾਮ ਤਿਨੀ ਜਨੀ ਜਪ ਲਿਆ। ਜਿਹੜਾ ਸਾਧੂ ਦੀ ਸੰਗਤ ਕਰੂਗਾ ਉਹ ਉਸ ਅਵਸਥਾ ਤੱਕ ਪਹੁੰਚਦਾ ਆ। ਕਹਿੰਦੇ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ, ਕਿ ਇਹ ਜਿਹੜੇ ਖੋਜ ਆ ਅਸੰਖਾਂ ਹੀ ਜੀਵ ਕਰਦੇ ਰਹੇ ਆ। ਜਿਸ ਬੁਝਾਏ ਆਪ ਨੇੜਾ ਤਿਸ ਹੈ, ਕਿ ਜਿਹਨੂੰ ਆਪ ਉਹਦਾ ਪ੍ਰਮਾਤਮਾ ਕਿਰਪਾ ਕਰਦੇ ਆ, ਆਪਣਾ ਭੇਦ ਆਪ ਉਹਨੂੰ ਫਿਰ ਦਿੰਦੇ ਆ ਕਿ ਮੈਂ ਤੇਰੇ ਨੇੜੇ ਹਾਂ। ਜਿਸ ਬੁਝਾਏ ਆਪ ਨੇੜਾ ਤਿਸ ਹੈ, ਕਿ ਜਿਸ ਨੂੰ ਬੁਝਾ ਦਿੰਦੇ ਆ ਕਿ ਆ ਮੇਰਾ ਸਰੂਪ ਆ, ਉਹ ਫਿਰ ਉਹ ਜਗਿਆਸੂ ਜਨ ਜਿਹੜਾ ਆ ਉਹ ਪ੍ਰਮਾਤਮਾ ਦੇ ਦਰਸ਼ਨ ਕਰਦਾ ਬਹੁਤ ਨਜ਼ਦੀਕ ਹੋ ਕੇ, ਅਤੇ ਉਹ ਸਮਝ ਲੈਂਦਾ ਪ੍ਰਮਾਤਮਾ ਹਰ ਵਕਤ ਨਾਲ ਹੀ ਆ। ਅਤੇ ਮਹਾਰਾਜ ਕਹਿੰਦੇ ਆ ਕਿ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਕਿ ਸੱਚੇ ਪਾਤਸ਼ਾਹ ਪ੍ਰਮਾਤਮਾ ਜੀ, ਤੁਸੀਂ ਸਾਨੂੰ ਕਦੇ ਵਿਸਰਿਓ ਨਾ, ਆਪਣਾ ਨਾਮ ਸਾਨੂੰ ਬਖਸ਼ ਦਿਓ। ਮਹਾਰਾਜ ਫਿਰ ਕਹਿੰਦੇ ਆ ਕਿ ਸਾਨੂੰ ਚਾਅ ਇਹੀ ਆ ਕਿ ਅਸੀਂ ਦਿਨ ਰਾਤ ਤੁਹਾਡੇ ਜਿਹੜੇ ਗੁਣ ਆ ਉਹ ਗਾਈ ਜਾਈਏ। ਇੱਦਾਂ ਮਹਾਰਾਜ ਨੇ ਸਾਨੂੰ ਭੇਦ ਦਿੱਤਾ ਹੋਇਆ ਕਿ ਸਾਨੂੰ ਨਾਮ ਨਾਲ ਜੁੜਨਾ ਬਹੁਤ ਜ਼ਰੂਰੀ ਆ। ਨਾਮ ਤੋਂ ਬਗੈਰ ਕੁਛ ਹੈ ਨਹੀਂ ਸੰਸਾਰ ਵਿੱਚ ਜਿਹੜੇ ਸਾਡੇ ਫਾਇਦੇਮੰਦ ਆ। ਜੇ ਅਸੀਂ ਨਾਮ ਤੋਂ ਟੁੱਟੇ ਰਹਿ, ਨਾਮ ਤੋਂ ਅਸੀਂ ਜੇ ਵਾਂਝੇ ਰਹਿ, ਅਤੇ ਸਾਡਾ ਜਿਹੜਾ ਆਉਣ ਜਾਣ ਦਾ ਚੱਕਰ ਆ ਕਦੇ ਖਤਮ ਨਹੀਂ ਹੋਣਾ। ਅਤੇ ਜੇਕਰ ਅਸੀਂ ਇਸ ਜਨਮ ਮਰਨ ਦੇ ਗੇੜ ਦੇ ਵਿੱਚ ਆਉਂਦੇ ਜਾਂਦੇ ਰਹੇ, ਅਤੇ ਇਹ ਵੀ ਨਹੀਂ ਪਤਾ ਸਾਨੂੰ ਕਿ
ਮਨੁੱਖਾ ਜਾਮਾ ਮੁੜ ਕੇ ਮਿਲੂਗਾ ਕਿ ਨਹੀਂ, ਕਿਉਂਕਿ ਉਹ ਸਾਨੂੰ ਕਿਸੇ ਵੀ ਜੂਨ 'ਚ ਭੇਜ ਸਕਦੇ। ਜਿੱਥੇ ਪਾਸੇ ਅਸੀਂ ਆਪਣਾ ਪਿਆਰ ਲਾ ਲਿਆ ਨਾ ਸੰਸਾਰ ਵਿੱਚ, ਉੱਧਰਲੇ ਪਾਸੇ ਸਾਨੂੰ ਆਕਾਰ ਦੇ ਦਿੰਦੇ। ਜਿਵੇਂ ਗੁਰਬਾਣੀ ਵਿੱਚ ਸਾਨੂੰ ਸਮਝਾ ਦਿੱਤਾ ਕਿ ਅੰਤ ਕਾਲ ਜੇ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵਲ ਵਲ ਉਤਰੈ। ਕਿ ਜੇ ਅਸੀਂ ਲక్ష్ਮੀ ਪੈਸੇ ਦੇ ਵਿੱਚ ਧਿਆਨ ਰੱਖ ਲਿਆ ਅਖੀਰਲੇ ਸਮੇਂ, ਜਾਂ ਅਸੀਂ ਸਾਰੇ ਜੀਵਨ ਉਸ ਦੇ ਨਾਲ ਹੀ ਪਿਆਰ ਕੀਤਾ, ਜਿਸ ਵਸਤੂ ਨਾਲ ਅਸੀਂ ਪਿਆਰ ਕਰਾਂਗੇ ਉਹੀ ਤਾਂ ਅਖੀਰ 'ਤੇ ਸਾਡੇ ਸਾਹਮਣੇ ਆਉਣੀ ਹੈ ਸਾਡੇ ਮਨ ਵਿੱਚ। ਅਤੇ ਜੇ ਉੱਧਰਲੇ ਪਾਸੇ ਅਸੀਂ ਧਿਆਨ ਰੱਖਿਆ ਤਾਂ ਫਿਰ ਅੰਤ ਸਮੇਂ ਸਾਨੂੰ ਵਾਰ-ਵਾਰ ਸਰਪ ਦੀ ਜੂਨ ਵਿੱਚ ਭੇਜਿਆ ਜਾਊਗਾ। ਅੰਤ ਸਮੇਂ ਸਾਨੂੰ ਇਸ ਆਕਾਰ 'ਚੋਂ ਕੱਢ ਕੇ ਸਾਨੂੰ ਫਿਰ ਗਾਂ ਦੇ ਆਕਾਰ ਸਰਪ ਦੇ ਮਿਲੂਗੇ। ਇੱਦਾਂ ਵੱਖ-ਵੱਖ ਮਹਾਰਾਜ ਨੇ ਦੱਸਿਆ, ਜੇ ਅਸੀਂ ਮੰਦਰ ਨੂੰ ਸਿਮਰਦੇ ਹਾਂ, ਆਹ ਜਿਹੜੇ ਘਰ ਬਣਾਏ ਹੋਏ ਆ, ਜੇ ਇਹਨਾਂ 'ਚ ਧਿਆਨ ਰੱਖਦੇ ਹਾਂ ਅਤੇ ਫਿਰ ਪ੍ਰੇਤ ਦੀ ਜੂਨ ਸਾਡੇ ਲਈ ਤਿਆਰ ਆ। ਜੇ ਅਸੀਂ ਬੱਚਿਆਂ ਦੇ ਵਿੱਚ ਧਿਆਨ ਰੱਖਾਂਗੇ ਅਤੇ ਕਹਿੰਦੇ ਫਿਰ ਸੂਰ ਦੀ ਜੂਨ ਮਿਲੂਗੀ। ਮਹਾਰਾਜ ਨੇ ਸਾਰਾ ਗੁਰਬਾਣੀ ਦੇ ਵਿੱਚ ਭੇਜ ਦਿੱਤਾ ਹੋਇਆ ਕਿ ਅੰਤ ਕਾਲ ਜੋ ਵੀ ਅਸੀਂ ਸਿਮਰਨ ਕਰਦੇ ਹਾਂ ਨਾ, ਅੰਤ ਸਮੇਂ ਉਸ ਮੁਤਾਬਕ ਸਾਨੂੰ ਜੂਨ ਮਿਲਦੀ ਆ। ਜਾਂ ਕਈ ਵਾਰੀ ਕੀ ਹੁੰਦਾ ਹੈ ਕਿ ਅੰਤ ਸਮੇਂ ਕਿਸੇ ਦਾ ਕੋਈ ਖਾਸ ਜਗ੍ਹਾ ਧਿਆਨ ਨਹੀਂ ਹੈ, ਉਹ ਫਿਰ ਦੇਖਿਆ ਜਾਊਗਾ ਦਰਗਾਹ ਦੇ ਵਿੱਚ। ਅਸਲ ਵਿੱਚ ਹਿਸਾਬ ਤਾਂ ਫਿਰ ਵੀ ਹਰੇਕ ਦਾ ਹੋਣਾ, ਭਾਵੇਂ ਐਂਡ ਸਮੇਂ ਕਿਸੇ ਦਾ ਧਿਆਨ ਇੱਕ ਪੁਆਇੰਟ 'ਤੇ ਸੀਗਾ ਜਾਂ ਨਹੀਂ, ਉਹ ਫਿਰ ਸਵਾਸਾਂ ਦੇ ਹਿਸਾਬ ਦੇ ਨਾਲ ਦੇਖਿਆ ਜਾਂਦਾ ਦਰਗਾਹ ਦੇ ਵਿੱਚ ਕਿ ਕਿੱਥੇ ਇਹਨੇ ਸਵਾਸ ਜ਼ਿਆਦਾ ਖਰਚੇ, ਰਜੋਗੁਣ, ਤਮੋਗੁਣ ਜਾਂ ਸਤੋਗੁਣ 'ਤੇ ਕਿੰਨੀ ਇਹਨੇ ਬੱਚਤ ਕੀਤੀ, ਉਹ ਫਿਰ ਸਵਾਸਾਂ ਦੇ ਹਿਸਾਬ ਦੇ ਨਾਲ ਅਗਲੀ ਜੂਨ ਮਿਲਦੀ ਆ। ਪਰ ਜਦੋਂ ਆਖਰਕਾਰ ਅਖੀਰ 'ਤੇ ਜੇ ਅਸੀਂ ਕਿਸੇ ਪੁਆਇੰਟ 'ਤੇ ਧਿਆਨ ਲਾ ਲਿਆ ਨਾ ਇਸ ਤ੍ਰਿਲੋਕੀ ਦੇ ਵਿੱਚ, ਉਹੋ ਜਿਹੀ ਜੂਨ ਸਾਨੂੰ ਨਿਸ਼ਚਿਤ ਕਰ ਦਿੱਤੀ ਜਾਂਦੀ ਹੈ। ਮਹਾਰਾਜ ਕਹਿੰਦੇ ਆ, ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵਲ ਵਲ ਉਤਰੈ। ਕਿ ਅਖੀਰਲੇ ਸਮੇਂ ਜਿਹਨੇ ਮਾਇਆ ਦਾ ਅਰਥਾਤ ਕਿ ਲక్ష్ਮੀ ਅਰਥਾਤ ਕਿ ਪੈਸੇ ਦਾ ਧਿਆਨ ਧਰਿਆ, ਉਹਨੂੰ ਸਰਪ ਦੀ ਜੂਨ ਮਿਲੂਗੀ। ਫਿਰ ਮਹਾਰਾਜ ਕਹਿੰਦੇ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ ਰਹਾਓ। ਕਿ ਜਿਹੜਾ ਗੋਬਿੰਦ ਦਾ ਨਾਮ ਆ, ਮਹਾਰਾਜ ਕਹਿੰਦੇ ਆ ਕਿ ਇਸ ਨੂੰ ਮਤ ਭੁੱਲੋ, ਤੁਸੀਂ ਕਦੇ ਨਾ ਇਹਨੂੰ ਵਿਸਾਰੋ। ਜੇ ਵਿਸਾਰਾਂਗੇ ਤਾਂ ਫਿਰ ਆ ਦੱਸੀ ਜਾਂਦੇ ਆ, ਕਹਿੰਦੇ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬੇਸਵਾ ਜੋਨ ਵੱਲ ਵੱਲ ਉਤਰੈ। ਕਿ ਜੇ ਅਸੀਂ ਇਸਤਰੀ ਦੇ ਵਿੱਚ ਧਿਆਨ ਰੱਖ ਲਿਆ ਅਤੇ ਇਸਤਰੀ ਨੇ ਜੇ ਮਰਦ ਵਿੱਚ ਧਿਆਨ ਰੱਖ ਲਿਆ ਅਤੇ ਉਹ ਫਿਰ ਬਰਾਬਰ ਹੀ ਗੱਲ ਹੋ ਜਾਂਦੀ। ਮਹਾਰਾਜ ਕਹਿੰਦੇ ਵੇਸਵਾ ਦੀ ਜੂਨ ਜਿਹੜੀ ਆ ਉਹ ਤਿਆਰ ਆ। ਮਹਾਰਾਜ ਨੇ ਫਿਰ ਸਾਨੂੰ ਸਮਝਾ ਦਿੱਤਾ, ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੋਨ ਵੱਲ ਵੱਲ ਉਤਰੈ। ਕਿ ਜਿਹਨੇ ਲੜਕੇ ਨੂੰ ਸਿਮਰਿਆ, ਬੱਚਿਆਂ ਨੂੰ ਸਿਮਰਿਆ, ਕਹਿੰਦੇ ਕਿ ਉਹਨੂੰ ਸੂਰ ਦੀ ਜਿਹੜੀ ਜੂਨ ਆ ਉਹ ਮਿਲ ਜਾਂਦੀ ਹੈ। ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ। ਜੇ ਅਸੀਂ ਮੰਦਰਾਂ ਦੇ ਵਿੱਚ, ਘਰਾਂ ਦੇ ਵਿੱਚ ਧਿਆਨ ਰੱਖਦੇ ਹਾਂ, ਪ੍ਰੇਤ ਜੋਨ ਵੱਲ ਵੱਲ ਉਤਰੈ, ਕਿ ਪ੍ਰੇਤ ਦੀ ਜੂਨ ਮਿਲੂਗੀ। ਫਿਰ ਦੱਸਦੇ ਨੇ, ਕਹਿੰਦੇ ਕਿ ਜੇਕਰ ਅਸੀਂ ਆਖਰਕਾਰ ਨਾਰਾਇਣ ਨੂੰ ਸਿਮਰਾਂਗੇ ਨਾ, ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਤ ਲੋਚਨ ਤੇ ਨਰਮੁਕਤਾ ਪੀਤੰਬਰ ਵਾ ਕੇ ਹਿਰਦੈ ਬਸੈ। ਕਹਿੰਦੇ ਉਹੀ ਨਾਰਾਇਣ, ਜੇ ਉਸ ਨੂੰ ਅਸੀਂ ਐਂਡ ਸਮੇਂ ਯਾਦ ਕਰਾਂਗੇ, ਉਸ ਦੇ ਵਿੱਚ ਧਿਆਨ ਲਾਵਾਂਗੇ, ਉਹ ਸਾਡੇ ਹਿਰਦੇ ਦੇ ਵਿੱਚ ਵਸ ਜਾਊਗਾ, ਅਸੀਂ ਉਹਦੇ ਵਿੱਚ ਹਮੇਸ਼ਾ ਲਈ ਲੀਨ ਹੋ ਜਾਵਾਂਗੇ। ਸੋ ਇਹ ਮਹਾਰਾਜ ਨੇ ਭੇਜ ਦਿੱਤਾ ਹੈ ਸਾਨੂੰ ਕਿ ਅਸੀਂ ਕੋਸ਼ਿਸ਼ ਇਹ ਕਰਨੀ ਆ ਕਿ ਅਸੀਂ ਨਾਮ ਦੇ ਨਾਲ ਜੁੜੀਏ, ਸਾਡਾ ਪਿਆਰ ਨਾਮ ਦੇ ਨਾਲ ਪਵੇ, ਪ੍ਰਮਾਤਮਾ ਨਾਲ ਪਵੇ, ਕਿ ਅਸੀਂ ਇਸ ਜਨਮ ਮਰਨ ਦੇ ਗੇੜ ਦੇ ਵਿੱਚੋਂ ਨਿਕਲ ਜਾਈਏ। ਸੋ ਅੱਜ ਇੰਨੀਆਂ ਹੀ ਬੇਨਤੀਆਂ ਸਨ ਦਾਸ ਪਾਸੋਂ। ਜੇ ਬੋਲਦਿਆਂ ਹੋਏ ਕੋਈ ਅੱਖਰ ਵਾਧਾ ਘਾਟਾ ਭੁੱਲ ਚੁੱਕ ਹੋ ਗਿਆ ਹੋਵੇ, ਅਣਜਾਣ ਸਮਝ ਕੇ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।